ਸਤਿ ਸ਼੍ਰੀ ਅਕਾਲ ਜੀ ਔਨ 에ਅਰ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਨੂਰਵਰ ਚੋਤ ਕਰਦੀ ਹਾਂ ਸਵਾਗਤ। ਸੋ ਦੋਸਤੋ ਅੱਜ ਤੁਹਾਨੂੰ ਬੜੀ ਅਲੱਗ ਜਿਹੀ ਚੀਜ਼ ਦਿਖਾਵਾਂਗੇ। ਪੰਜਾਬ ਵਾਲੇ ਨੇ ਸ਼ਾਇਦ ਹੀ ਦੇਖੀ ਹੋਵੇ ਕਿਉਂਕਿ ਜ਼ਿਆਦਾਤਰ ਇਹ ਚੀਜ਼ਾਂ ਸਾਨੂੰ ਦਿੱਲੀ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ। ਸੋ ਜਿਹੜੀ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਸੀਂ ਵੇਖ ਕੇ ਹੈਰਾਨ ਹੋ ਜਾਣਾ। ਸੋ ਆਓ ਪਹਿਲਾਂ ਤਾਂ ਆਪਾਂ ਅੰਦਰ ਜਾਂਦੇ ਹਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਕੀ ਹੈ ਉਹ ਚੀਜ਼। ਸੋ ਤਸਵੀਰਾਂ ਦੇਖੀਆਂ ਤੁਸੀਂ ਆਸੇ ਪਾਸੇ ਇੰਜ ਲੱਗਦਾ ਨਾ ਕਿ ਜਿੱਦਾਂ ਅਸੀਂ ਇੱਕ ਲਾਇਬ੍ਰੇਰੀ 'ਚ ਆ ਜਾਂਦੇ ਹੁੰਦੇ ਕਿ ਬੁੱਕਸ ਪਈਆਂ ਨੇ, ਹਰ ਤਰ੍ਹਾਂ ਦੀ ਬੁੱਕ ਇੱਥੇ ਦੇਖਣ ਨੂੰ ਮਿਲ ਰਹੀ ਹੈ। ਪਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਕਿ ਇਹ ਲਾਇਬ੍ਰੇਰੀ ਨਹੀਂ ਹੈ, ਇਹ ਹੈ ਢਾਬਾ। ਇਹ ਇੱਕ ਪ੍ਰੋਫੈਸਰ ਦੇ ਵੱਲੋਂ ਬਣਾਇਆ ਗਿਆ। ਸੋ ਇੱਕ ਵਿਲੱਖਣ ਕਾਰਡ ਕੱਢੀ ਗਈ ਹੈ, ਬੜੀ ਡਿਫਰੈਂਟ ਜੀ ਤਰੀਕੇ ਦੇ ਨਾਲ ਉਹਨਾਂ ਨੇ ਇੱਥੇ ਡੈਕੋਰੇਸ਼ਨ ਕੀਤੀ ਹੈ। ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਬੜਾ ਕਮਾਲ ਲੱਗ ਰਿਹਾ। ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਹ ਆਈਡੀਆ ਕਿੱਥੋਂ ਉਹਨਾਂ ਦੇ ਦਿਮਾਗ ਦੇ ਵਿੱਚ ਆਇਆ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਂ ਜਾਣਨਾ ਚਾਹੁੰਦੇ ਆ। ਮੇਰਾ ਨਾਮ ਇੰਦਰਜੀਤ ਜਾਦੂ ਹੈ ਜੀ। ਹਾਂਜੀ ਇੰਦਰਜੀਤ ਜੀ, ਇਹ ਬੜੀ ਡਿਫਰੈਂਟ ਤੁਸੀਂ ਚੀਜ਼ ਬਣਾਈ ਆ। ਦੇਖਣ ਸਾਰੀ ਪਹਿਲਾਂ ਤਾਂ ਖੁਦ ਮੈਂ ਹੀ ਹੈਰਾਨ ਹੋ ਗਈ ਸੀ ਜਦੋਂ ਐਂਟਰੀ ਕੀਤੀ। ਮੈਂ ਕਿਹਾ ਵੀ ਸ਼ਾਇਦ ਕਿਤੇ ਬੁੱਕ ਦੀ ਸ਼ਾਪ ਹੈ, ਔਰ ਜਦੋਂ ਜਾ ਕੇ ਵੇਖਿਆ ਇਹ ਤਾਂ ਰੈਸਟੋਰੈਂਟ ਬਣਾਇਆ। ਇਹ ਕਿੱਥੋਂ ਆਈਡੀਆ ਆ ਗਿਆ ਤੁਹਾਡੇ ਦਿਮਾਗ ਦੇ ਵਿੱਚ? ਇਹ ਜੀ ਜਦੋਂ ਕਰੋਨਾ ਟਾਈਮ ਚੱਲ ਰਿਹਾ ਸੀ ਨਾ, ਉਸ ਤੋਂ ਪਹਿਲਾਂ 2017 'ਚ ਮੈਂ ਜੁਆਇਨ ਕੀਤਾ ਸੀ। ਮੈਂ ਪ੍ਰੋਫੈਸਰ ਸੀਗਾ ਕਾਲਜ 'ਚ, ਸਨੀਰ ਕਾਲਜ 'ਚ। ਅਤੇ ਉੱਥੇ ਜਦੋਂ ਕਰੋਨਾ ਆਇਆ ਤਾਂ ਉੱਥੋਂ ਘਰੇ ਬਹਿਣਾ ਪੈ ਗਿਆ। ਅਤੇ ਉਦੋਂ ਬਾਅਦ ਉਹਨਾਂ ਨਾਲ ਥੋੜ੍ਹਾ ਡਿਸਪਿਊਟ ਚੱਲਦਾ ਸੀਗਾ। ਉਹ ਲੰਮਾ ਚੱਲ ਜੂਗਾ ਜੇ ਮੈਂ ਉਹਦੇ ਗੱਲ ਕਰੂੰਗਾ। ਅਤੇ ਫਿਰ ਮੈਂ ਦੁਬਾਰੇ ਉਹ ਜਾ ਕੇ ਜੁਆਇਨ ਨਹੀਂ ਕੀਤਾ। ਅਤੇ ਉਦੋਂ ਮੈਨੂੰ ਲੱਗਿਆ ਵੀ ਆਪਣਾ ਇੱਕ ਸੈਂਟਰ ਕਰਨ ਦਾ ਆਈਡੀਆ ਸੀਗਾ ਕਿ ਸਾਡੀ ਸੈਂਟਰ, ਕਿਉਂਕਿ ਮੇਰਾ ਜਿਹੜਾ UGC ਨੈੱਟ ਦਾ ਪੇਪਰ ਹੁੰਦਾ, ਪਹਿਲੇ ਪੇਪਰ 'ਚ ਵੀ ਮੇਰੀ ਕਮਾਂਡ ਬਹੁਤ ਵਧੀਆ ਸੀ ਅਤੇ ਦੂਸਰੇ 'ਚ ਤਾਂ ਮੇਰਾ ਸਬਜੈਕਟ ਹੈਗਾ ਸੀ। ਅਤੇ ਉਦੋਂ ਫਿਰ ਜਦੋਂ ਸੈਂਟਰ ਕਰ ਰਹੇ ਸੀ ਤਾਂ ਕਰੋਨਾ ਦੀ ਕਹਿੰਦੇ ਦੂਸਰੀ ਲਹਿਰ ਆਉਣੀ ਆ। ਉਦੋਂ ਮਾਰਚ ਦੀ ਗੱਲ ਹੈ, ਮਾਰਚ 2021 ਦੀ, ਹੈ ਨਾ, ਫਰਵਰੀ ਮਾਰਚ ਦੀ। ਅਤੇ ਅਸੀਂ ਮਾਨਸਾ ਥਾਂ ਦੇਖ ਲਿਆ ਸੀ ਉੱਥੇ ਸੈਂਟਰ ਲਈ। ਅਤੇ ਲੱਗਿਆ ਵੀ ਜੇ ਕਰੋਨਾ ਦੀ ਲਹਿਰ ਦੁਬਾਰੇ ਆ ਗਈ, ਸੈਂਟਰ ਬੰਦ ਹੁੰਦਾ ਤਾਂ ਸਾਰਾ ਬਜਟ ਸਭ ਕੁਝ ਐਵੇਂ ਹੀ ਧਰਿਆ ਰਹਿ ਜਾਊਗਾ। ਅਤੇ ਫਿਰ ਉਹਦੇ 'ਚੋਂ ਆਈਡੀਆ ਆਇਆ ਕਿ ਆਪਾਂ ਵੀ ਇੱਦਾਂ ਕਰਦੇ ਹਾਂ, ਫਿਲਹਾਲ ਕੋਈ ਹੋਰ ਕੰਮ ਕਰ ਲੈਂਦੇ ਹਾਂ ਅਤੇ ਨਾਲੇ ਤਾਂ ਡੀਲ ਕਰਨ ਦਾ, ਬਿਜ਼ਨਸ ਕਰਨ ਦਾ ਥੋੜ੍ਹਾ ਤਰੀਕਾ ਆ ਜਾਊਗਾ ਅਤੇ ਨਾਲੇ ਉਹਦੇ 'ਚ ਰੋਟੀ ਐਡ ਕਰ ਲਈ ਫਿਰ ਅਸੀਂ। ਉਹਦੇ ਕਰਕੇ ਵੀ ਹੈਗਾ, ਕਰੋਨਾ ਕਰਕੇ ਬੰਦ ਨਹੀਂ ਹੋਊਗਾ। ਪਰ ਉਹਦੇ 'ਚ ਵੀ ਇੱਕ ਸਵਾਲ ਸੀਗਾ ਕਿ ਇਹ ਤਾਂ ਸਾਰਾ ਆਈਡੀਆ ਆ ਹੀ ਗਿਆ ਸੀ ਸਜਾਉਣ ਦਾ, ਇੱਦਾਂ ਕਿ ਇੱਦਾਂ ਕਿਤਾਬਾਂ ਰੱਖਣੀਆਂ। ਇਹਦਾ ਹੋਰ ਵੀ ਪਰਪਸ ਸੀਗਾ ਕਿ ਜਿਵੇਂ ਤੁਸੀਂ ਸ਼ਾਇਦ ਜ਼ਿਕਰ ਕਰ ਹੀ ਦਿੱਤਾ ਪਹਿਲਾਂ ਕਿ ਉਹ ਜਿਹੜਾ ਹੈਗਾ ਵੀ ਕੋਈ ਇੱਦਾਂ ਦਾ ਹੈ ਨਹੀਂ ਸੀ ਪੰਜਾਬੀ 'ਚ, ਹੈ ਨਾ। ਹਾਂ, ਇਹ ਆਪਾਂ ਹਿੰਦੀ 'ਚ ਦੇਖਦੇ ਵੀ ਕੈਫੇ ਹੈਗੇ ਨੇ ਉੱਥੇ ਜਾ ਕੇ, ਜਾਂ ਫੋਰਨ 'ਚ ਦੇਖਦੇ ਆਂਗੇ, ਅਤੇ ਵੀ ਉੱਦਾਂ ਦਾ ਪੰਜਾਬੀ 'ਚ ਹੋਣਾ ਚਾਹੀਦਾ। ਪਰ ਖਾਣੇ ਦੀ ਇੱਕ ਪ੍ਰੋਬਲਮ, ਜਿਹੜਾ ਸਵਾਲ ਸਮੱਸਿਆ ਸਾਨੂੰ ਇਹ ਆ ਰਹੀ ਸੀ ਵੀ ਆਪਾਂ ਦੇਖਣ ਕੋਈ ਇੱਕ ਦਿਨ ਆਊਗਾ, ਚਲਾ ਜਾਊਗਾ, ਹੈ ਨਾ, ਅਤੇ ਵੀ ਦੁਕਾਨ ਤਾਂ ਫਿਰ ਚੱਲਣੀ ਹੈ ਨਾ, ਢਾਬਾ ਤਾਂ ਫਿਰ ਚੱਲੇਗਾ ਜੇ ਕੋਈ ਰੈਗੂਲਰ ਗਾਹਕ ਆ ਰਿਹਾ ਹੈਗਾ, ਹੈ ਨਾ, ਰਿਪੀਟ ਹੋ ਰਿਹਾ ਹੈਗਾ, ਤਾਂ ਉਹ ਕਿਉਂ ਹੋਊਗਾ? ਆਪਾਂ ਕੀ ਖਾਸ ਦੇਵਾਂ, ਕਿਉਂਕਿ ਇੱਧਰ ਵੀ ਹੈਗਾ ਢਾਬਾ, ਇੱਧਰ ਵੀ ਹੈਗਾ ਸਿੰਪਲ ਢਾਬਾ। ਤਾਂ ਉਹਦੇ 'ਚ ਇਹੀ ਸੀ ਕਿ ਆਪਾਂ ਵੀ ਜਿਹੜਾ ਖਾਣਾ ਹੈਗਾ ਨਾ ਉਹ ਘਰ ਵਰਗਾ ਦੇਵਾਂਗੇ। ਅਸੀਂ ਇੱਥੇ ਮੈਂ 2000 ਜਦੋਂ 15 ਤੋਂ 17 ਐਮਫਿਲ ਕਰਨ ਆਇਆ ਸੀ UGC ਨੈੱਟ ਬੇਸ 'ਤੇ, ਤਾਂ ਉਦੋਂ ਇਹੀ ਸੀ ਕਿ ਘਰ ਵਰਗਾ ਖਾਣੇ ਨੂੰ ਅਸੀਂ ਵੀ ਖੁਦ ਵੀ ਤਰਸਦੇ ਰਹੇ ਹਾਂਗੇ, ਹੈ ਨਾ। ਤਾਂ ਉਹਦੇ ਕਰਕੇ ਅਸੀਂ ਪਹਿਲਾਂ ਜੋ ਕੁੱਕ ਰੱਖੇ ਉਹ ਉਹੀ ਜਿਹਾ ਖਾਣਾ, ਉਹ ਮਸਾਲਾ ਪਾਇਆ ਕਰਨ, ਅਤੇ ਹੁਣ ਜਾ ਕੇ ਕਿਤੇ ਨਾ ਕਿਤੇ ਵੈਸੇ ਫਿੱਟ ਬੈਠਿਆ ਹੈਗਾ ਕਿ ਘਰ ਵਰਗਾ ਜਿਹੜਾ ਹੈਗਾ ਇੱਥੇ ਖਾਣਾ ਮਿਲਦਾ ਹੈਗਾ। ਉਹ ਸਾਰੇ ਆਈਡੀਏ 'ਚੋਂ, ਘਰ ਵਰਗੇ ਖਾਣੇ 'ਚੋਂ, ਕਿਤਾਬਾਂ 'ਚੋਂ, ਇਹ ਦੋਨੇ ਆਈਡੀਏ ਨਿਕਲ ਕੇ ਇੱਥੇ ਆਏ। ਸੁਣਿਆ ਤੁਸੀਂ ਪ੍ਰੋਫੈਸਰ ਸੀ ਪਹਿਲਾਂ, ਹੁਣ ਵੀ ਤੁਸੀਂ ਦੱਸਿਆ, ਪਰ ਕੀ ਰੀਜ਼ਨ ਬਣ ਗਿਆ? ਤੁਸੀਂ ਰੀਜੁਆਇਨ ਵੀ ਕਰ ਸਕਦੇ ਸੀ ਉੱਥੇ ਜਾ ਕੇ, ਉਹ ਛੱਡ ਕੇ ਤੁਸੀਂ ਕਰਨ ਦਾ ਫੈਸਲਾ ਹੀ ਕਿਉਂ ਲੈ ਲਿਆ ਸੀ ਇੱਕੋ ਦਮ? ਉਹਦਾ ਇਹ ਸੀਗਾ ਕਿ ਜ਼ਿਆਦਾਤਰ ਜਿਹੜੇ ਇਸ ਲਾਈਨ 'ਚ ਜਾਂਦੇ ਨੇ, ਵੈਸੇ ਤਾਂ ਹਰ ਇੱਕ ਲਾਈਨ 'ਚ ਹੀ ਜਿਹੜਾ ਪ੍ਰਾਈਵੇਟ ਕਰਨ ਹੈਗਾ, ਨਿੱਜੀਕਰਨ, ਹੈ ਨਾ, ਉਹ 'ਚ ਥੋੜ੍ਹਾ ਟੌਰਚਰ ਹਰ ਇੱਕ ਨਾਲ ਹੀ ਹੁੰਦਾ ਹੈ ਨਾ। ਉਹ ਮੈਨੂੰ ਲੱਗਦਾ ਫੀਮੇਲ ਵਰਗ ਨੂੰ ਜ਼ਿਆਦਾ ਭੋਗਣਾ ਪੈ ਰਿਹਾ ਉਹ। ਅਤੇ ਜਿਵੇਂ ਫੂਕੋ ਵੀ ਕਹਿੰਦਾ ਜਿਹੜਾ ਹੈਗਾ ਨਿੱਜੀਕਰਨ ਇੱਕ ਵਹਿਮ ਹੈ, ਅਤੇ ਜਦੋਂ ਵਹਿਮ ਟੁੱਟਦਾ ਤਾਂ ਕੁਝ ਪੱਲੇ ਨਹੀਂ ਹੁੰਦਾ। ਤਾਂ ਉਹ ਚੀਜ਼ਾਂ ਦਾ ਜਿਹੜਾ ਹੈਗਾ ਥੋੜ੍ਹਾ ਅਸਰ ਸੀਗਾ ਇਸ ਤਰ੍ਹਾਂ ਦਾ। ਜਦੋਂ ਉੱਥੇ ਜਾ ਕੇ ਦੇਖਿਆ ਤਾਂ ਬਾਕੀ ਬਹੁਤ ਕੁਝ ਅਜਿਹਾ ਹੋ ਰਿਹਾ ਸੀ ਜਿਹੜਾ ਕਿ ਜ਼ਮੀਰ ਨਹੀਂ ਮੰਨ ਰਹੀ ਸੀ, ਜਾਂ ਮੈਂ ਫਿੱਟ ਨਹੀਂ ਬੈਠਿਆ ਜੋਬ ਲਈ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਸਹੀ ਨਹੀਂ ਸੀ, ਮੈਂ ਫਿੱਟ ਨਹੀਂ ਸੀ ਉਹਨਾਂ ਲਈ, ਮੈਂ ਸਹੀ ਨਹੀਂ ਸੀ ਜੋਬ ਲਈ, ਹੈ ਨਾ। ਅਤੇ ਉਹਦੇ ਕਰਕੇ ਥੋੜ੍ਹਾ ਚੱਲੀ ਜਾਂਦਾ ਸੀ। ਅਤੇ ਉਦੋਂ ਬਾਅਦ ਉਹਨਾਂ ਨਾਲ ਥੋੜ੍ਹਾ ਇਹ ਹੋ ਗਿਆ ਕਿ ਮੈਂ ਹਾਈ ਕੋਰਟ ਕੇਸ ਵੀ ਲਾਇਆ ਹੋਇਆ ਕਾਲਜ 'ਤੇ, ਹੈ ਨਾ। ਉਹਨਾਂ ਨਾਲ ਜਿਹੜਾ ਹੈਗਾ ਉਹਨਾਂ ਦਾ ਕਿਉਂਕਿ ਜਦੋਂ ਬੱਚਿਆਂ ਲਈ ਥੋੜ੍ਹਾ ਬੋਲਦੇ ਸੀ ਮੈਨੇਜਮੈਂਟ ਨਾਲ, ਤਾਂ ਉਹਨਾਂ ਨੂੰ ਖੜਕਣ ਲੱਗ ਗਏ ਸੀ ਉਹਨਾਂ ਨੂੰ, ਅਤੇ ਉਹਦੇ ਕਰਕੇ ਉਹਨਾਂ ਨਾਲੋਂ ਵੱਧ ਗਈ ਉਹ ਚੀਜ਼। ਅਤੇ ਉੱਥੋਂ ਉਹਨਾਂ ਨੇ ਫਿਰ ਤੰਗ ਕਰਨਾ ਸ਼ੁਰੂ ਕਰਤਾ, ਪੇ ਰੋਕਣੀ ਸ਼ੁਰੂ ਕਰਤੀ। ਮੇਰੀ ਅਜੇ ਵੀ ਉਸ ਕਾਲਜ ਵੱਲ ਪੇ ਖੜੀ ਹੈਗੀ 7-8 ਮਹੀਨਿਆਂ ਦੀ, ਹੈ ਨਾ। ਅਤੇ ਉੱਥੋਂ ਜਿਹੜਾ ਹੈਗਾ ਫਿਰ ਲੱਗਿਆ ਵੀ ਉਹ ਮਨ ਅੱਕ ਗਿਆ ਸੀਗਾ। ਕਾਰਨ ਇਹ ਸੀ ਕਿ ਪੜ੍ਹਾਉਣ ਜਾਂਦੇ ਸੀ ਤਾਂ ਉਹ ਟੌਰਚਰ ਕਰਦੇ ਸੀ। ਉਹਨਾਂ ਨਾਲ ਤਾਂ ਕਿਤੇ ਨਾ ਕਿਤੇ ਦੇਖ ਲੈਂਦੇ, ਪਰ ਫਿਰ ਬੱਚਿਆਂ ਨਾਲ 100% ਇਮਾਨਦਾਰੀ ਨਾਲ ਨਹੀਂ ਪੜ੍ਹਾਇਆ ਜਾਣਾ ਸੀ। ਅਤੇ ਜਿਹੜੇ ਕੰਮ 'ਚ ਆਪਾਂ ਇਮਾਨਦਾਰੀ ਨਹੀਂ ਵਰਤ ਸਕਦੇ, ਉੱਥੇ ਦੂਸਰਿਆਂ ਨੂੰ ਤਾਂ ਆਪਾਂ ਨੁਕਸਾਨ ਕਰਦੇ ਹੀ ਕਰਦੇ ਹਾਂ, ਖੁਦ ਵੀ ਅਸੀਂ ਡਿਸਟਰਬ ਰਹਿੰਦੇ ਹਾਂ, ਖੁਦ ਵੀ ਅਸੀਂ ਜਿਹੜਾ ਹੈਗਾ ਉਹ ਸਕੂਨ ਨਾਲ ਨਹੀਂ ਰਹਿ ਸਕਦੇ।
ਇਹ ਤੁਹਾਡਾ ਆਪਣਾ ਨਿੱਜੀ ਫੈਸਲਾ ਸੀ ਤਾਂ ਉੱਥੇ ਜਿਵੇਂ ਹੁਣ ਤੁਹਾਡੀ ਫੈਮਿਲੀ ਨੇ ਕਿਹਾ ਗੱਲ ਨਹੀਂ ਕੀਤੀ ਤੁਸੀਂ ਕਿ ਜਦੋਂ ਘਰ ਦੇ ਕਈ ਵਾਰ ਕਹਿਣ ਲੱਗ ਜਾਂਦੇ ਨੇ ਵੀ ਕੋਈ ਗੱਲ ਨਹੀਂ ਕਿਉਂਕਿ ਘਰਦਿਆਂ ਨੂੰ ਨਹੀਂ ਪਤਾ ਹੁੰਦਾ ਕਿ ਸਾਡੇ ਨਾਲ ਆ ਚੀਜ਼ਾਂ ਹੁੰਦੀਆਂ ਨੇ ਹਨਾ ਤੇ ਉਹ ਚੀਜ਼ ਅਸੀਂ ਫੀਲ ਕਰਦੇ ਹੋ ਕਿ ਅਸੀਂ ਜੌਬ ਕਰਦੇ ਹਾਂ ਹੁਣ ਜਿੱਦਾਂ ਮੈਂ ਜੌਬ ਕਰਦੀ ਹਾਂ ਤੁਸੀਂ ਵੀ ਕੀਤੀ ਹੈ ਨਾ ਤਾਂ ਉਦਾਂ ਹੀ ਫਿਰ ਤੁਹਾਡੇ ਘਰਦਿਆਂ ਨੇ ਨਹੀਂ ਕਿਹਾ ਵੀ ਤੂੰ ਐਵੇਂ ਜੌਬ ਛੱਡ ਤੇ ਚੰਗੀ ਭਲੀ ਨੌਕਰੀ ਸੀਗੀ ਪੈਸਾ ਆਉਂਦਾ ਸੀ ਤੇ ਆ ਵੀ ਤੁਸੀਂ ਕੀ ਕੰਮ ਕਰ ਰਹੇ ਹੋ ਇਸ ਤਰ੍ਹਾਂ ਦੀ ਗੱਲਾਂ ਨਹੀਂ ਸੁਣੀਆਂ ਐਕਚੁਅਲੀ ਘਰੇ ਦਾ ਜਿਹੜਾ ਹੈਗਾ ਨਾ ਬਹੁਤ ਲੇਟ ਪਤਾ ਚੱਲ ਰਿਹਾ ਘਰੇ ਪਤਾ ਚੱਲੇ ਨੂੰ 15 ਦਿਨ ਹੀ ਹੋਏ ਨੇ ਅਜੇ ਘਰੇ 15 ਜਾਂ 18 ਦਿਨ ਜਦੋਂ ਮੈਂ ਇੱਥੇ ਆਇਆ ਸੀ ਤਾਂ ਇਹ ਕਹਿ ਕੇ ਆਇਆ ਸੀ ਕਿ ਮੈਂ ਟੈਸਟ ਦੀ ਤਿਆਰੀ ਕਰ ਲੂੰਗਾ ਤੇ ਉਦੋਂ ਪਟਵਾਰੀ ਦਾ ਜਿਹੜਾ ਹੈਗਾ ਮਾਰਚ 'ਚ ਪੇਪਰ ਦੀ ਤਿਆਰੀ ਚੱਲ ਰਹੀ ਸੀ ਸਭ ਕਰ ਰਹੇ ਸੀਗੇ ਮੈਂ 14 ਦਿਨ ਲਗਾਤਾਰ ਪੜ੍ਹਿਆ ਵੀ ਜੇ ਮੇਰੀ ਸਿਟਿੰਗ ਮੇਰੀ ਵਧੀਆ ਸੀ ਨਾ ਪੜ੍ਹਨ 'ਚ ਵਧੀਆ ਹੋਣ ਕਰਕੇ ਮੈਂ ਜਿਵੇਂ ਪਹਿਲਾਂ ਵਾਲੀ ਇੰਟਰਵਿਊ 'ਚ ਵੀ ਕਿਹਾ ਸੀ ਕਿ ਮੈਨੂੰ ਇੱਕੋ ਕੰਮ ਹੀ ਆਉਂਦਾ ਸੀ ਪੜ੍ਹਨਾ ਬਾਕੀ ਕੰਮਾਂ 'ਚ ਮੈਂ ਨਿਕੰਮਾ ਸੀ ਬਹੁਤ ਜ਼ਿਆਦਾ ਨਿਕੰਮਾ ਸੀ ਖੇਤੀ ਹੋ ਗਈ ਜਿਵੇਂ ਜਾਂ ਹੋਰ ਹੋ ਗਿਆ ਤਾਂ ਉਦੋਂ 18 ਘੰਟੇ ਪੜ੍ਹਿਆ ਇੱਥੇ ਆ ਕੇ 14 ਦਿਨ ਬਾਅਦ ਮੈਨੂੰ ਲੱਗਿਆ ਵੀ ਜੇ ਮੈਂ ਮਤਲਬ ਕਿ ਮੰਨ ਲਓ ਮੈਂ ਸਿਲੈਕਸ਼ਨ ਮੇਰੀ ਹੋ ਗਈ ਹੈ ਜੇ ਪਟਵਾਰੀ ਹੈ ਨਾ ਮੈਂ ਜੁਆਇਨ ਕਲੀਅਰ ਕਰ ਲੈਣਾ ਤੇ ਫਿਰ ਉਹ ਕੰਮ ਜੁਆਇਨ ਤਾਂ ਮੈਨੂੰ ਲੱਗਦਾ ਮੈਂ ਫਿਰ ਵੀ ਨਹੀਂ ਕਰਨਾ ਜਾਂ ਫਿਰ ਵੀ ਨਹੀਂ ਹੋਣਾ ਕਿਉਂਕਿ ਸਟਾਰਟਿੰਗ ਤੋਂ ਇੱਕੋ ਹੀ ਨਿਸ਼ਾਨਾ ਸੀ ਵੀ ਜਾਂ ਸੈਂਟਰ ਕਰਨਾ ਜਾਂ ਪ੍ਰੋਫੈਸਰ ਲੱਗਣਾ ਜਾਂ ਸੈਂਟਰ ਕਰਨਾ ਜਾਂ ਪ੍ਰੋਫੈਸਰ ਲੱਗਣਾ ਤਾਂ ਫਿਰ ਉਹਦੇ ਲਈ ਮੇਰੀ ਜਿਹੜੀ ਹੈਗੀ ਮੈਂ ਘਰੇ ਕਾਲ ਕੀਤੀ ਕਿ ਮੈਂ ਇੱਦਾਂ ਢਾਬਾ ਕਰਨਾ ਹੈਗਾ ਤਾਂ ਮਾਂ ਨੇ ਕਿਹਾ ਕਹਿੰਦੀ ਵੀ ਇੰਨੇ ਪੜ੍ਹ ਕੇ ਹੁਣ ਤੂੰ ਢਾਬਾ ਕਰੇਗਾ ਹਾਂ ਤੇ ਜੋ ਹੁਣ ਵੀ ਹੈ ਨਾ ਜਿਹੜੀ ਪ੍ਰੋਬਲਮ ਆਉਂਦੀ ਆਪਾਂ ਨੂੰ ਵੀ ਹਾਂ ਇੰਨਾ ਪੜ੍ਹ ਕੇ ਤਾਂ ਮੈਂ ਉੱਥੇ ਗੱਲ ਗੋਲ ਕੀਤੀ ਹੈ ਨਾ ਮੈਂ ਝੂਠ ਬੋਲਿਆ ਮਾਂ ਨਾਲ ਕਿ ਪਹਿਲੇ ਮੈਂ ਇਮਾਨਦਾਰ ਰਹਿਣ ਦੀ ਕੋਸ਼ਿਸ਼ ਕੀਤੀ 14 ਦਿਨ ਰਿਹਾ ਆਪਣੇ ਹੈ ਨਾ ਉਹਨਾਂ ਨਾਲ ਮੈਂ ਤਿਆਰੀ ਕਰਨ ਆਇਆ ਸੀ ਤਿਆਰੀ ਕੀਤੀ ਪਰ ਉਦੋਂ ਬਾਅਦ ਨਹੀਂ ਰਿਹਾ ਗਿਆ ਉਦੋਂ ਬਾਅਦ ਜੋ ਧੱਕੇ ਨਾਲ ਉਹ ਕਿੰਨਾ ਕੁ ਚਿਰ ਕਰ ਸਕਦੇ ਆਪਾਂ ਹੈ ਨਾ ਜਿਹੜੀ ਆਪਾਂ ਜ਼ਮੀਰ ਨਹੀਂ ਮੰਨਦੀ ਜਾਂ ਆਪਣਾ ਮਨ ਨਹੀਂ ਹੁੰਦਾ ਜਿੱਥੇ ਤਾਂ ਮਾਂ ਨੂੰ ਮੈਂ ਕਿਹਾ ਨਹੀਂ ਫਿਰ ਮੈਂ ਗੋਲ ਕੀਤੀ ਮੈਂ ਕਿਹਾ ਮਾਂ ਨਹੀਂ ਮੈਂ ਨਹੀਂ ਕਰਨਾ ਮੇਰੇ ਨਾਲ ਦਾ ਕਰ ਰਿਹਾ ਮੈਂ ਤਾਂ ਜਸਟ ਉੱਥੇ ਘੰਟਾ ਕੁ ਜਾਇਆ ਕਰੂੰਗਾ ਇੰਨੇ 'ਚ ਮੇਰਾ ਖਾਣੇ ਦਾ ਖਰਚਾ ਨਿਕਲ ਜੂਗਾ ਤੇ ਉਹ ਕਹਿੰਦੇ ਠੀਕ ਹੈ ਉਹ ਮੰਨ ਗਏ ਤੇ ਹੁਣ ਜਦੋਂ 1.5 ਮਹੀਨੇ 2 ਮਹੀਨੇ ਰਿਜ਼ਲਟ ਦਿੱਤਾ ਤੇ ਹੁਣ ਮੈਂ ਜਾ ਕੇ ਗੱਲ ਖੋਲੀ ਤਾਂ ਹੁਣ ਉਹ ਐਗਰੀ ਨੇ ਹੁਣ ਉਹ ਨਾਲ ਨੇ ਮੇਰੇ ਕਹਿੰਦੇ ਹਾਂ ਤੂੰ ਕਰ ਅਸੀਂ ਹੈਗੇ ਆਂਗੇ ਹਾਂ ਤੇ ਪਹਿਲਾਂ ਜਿਹੜਾ ਤੁਹਾਡਾ ਸਵਾਲ ਸੀ ਕਿ ਘਰਦਿਆਂ ਨੂੰ ਹੈ ਨਾ ਇਹ ਨਹੀਂ ਲੱਗਿਆ ਤੇ ਪਹਿਲਾਂ ਘਰਦਿਆਂ ਨੂੰ ਪਤਾ ਹੀ ਨਹੀਂ ਸੀ ਹਾਂ ਉਹਨਾਂ ਨੂੰ ਬਹੁਤ ਲੇਟ ਪਤਾ ਚੱਲਿਆ ਸੱਚ ਦੱਸਿਓ ਕਿ ਜਦੋਂ ਅਸੀਂ ਘਰੇ ਕੁਝ ਦੱਸਦੇ ਨਹੀਂ ਉਹ ਗੱਲ ਦਾ ਸਿਰਫ ਸਾਨੂੰ ਪਤਾ ਹੁੰਦਾ ਆਪਾਂ ਝੂਠ ਬੋਲ ਦਿੰਦੇ ਆ ਉਹ ਵੀ ਸਾਨੂੰ ਪਤਾ ਵੀ ਅਸੀਂ ਝੂਠ ਬੋਲੇ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਹਨਾ ਆਪਾਂ ਕਹਿ ਦਿੰਦੇ ਆ ਤਾਂ ਫਿਰ ਫੀਲ ਤਾਂ ਹੋਇਆ ਹੋਣਾ ਨਾ ਤੁਹਾਨੂੰ ਵੀ ਮਾਂ ਨੂੰ ਝੂਠ ਬੋਲਿਆ ਉਹ ਇਹੀ ਸੀ ਦੋਨੇ ਗੱਲਾਂ ਹੀ ਸੀ ਫੀਲ ਵੀ ਹੋ ਰਿਹਾ ਸੀ ਤੇ ਪਰ ਨਾਲ ਇਹ ਸੀਗਾ ਕਿ ਵੀ ਦੱਸਣਾ ਹੈ ਪਰ ਕਰਕੇ ਦੱਸਣਾ ਹੈ ਨਾ ਦੂਸਰਾ ਇਹ ਸੀ ਕਿ ਮੈਂ ਘਰੋਂ ਦੱਸਣ ਦਾ ਮੇਰਾ ਇੱਕ ਕਾਰਨ ਇਹ ਵੀ ਸੀ ਕਿ ਮੈਂ ਘਰੇ ਦੱਸੂੰਗਾ ਤਾਂ ਉਹ ਕਹਿਣਗੇ ਵੀ ਇੰਨੇ ਪੈਸੇ ਕਿੱਥੋਂ ਹੋਣਗੇ ਜੀ ਕਿੱਥੋਂ ਹੋਣਗੇ ਤੇ ਮੈਂ ਨਹੀਂ ਚਾਹੁੰਦਾ ਸੀ ਉਹ ਕਹਿਣ ਵੀ ਸਾਥੋਂ ਲੈ ਲੈ ਬ੍ਰਦਰ ਆਰਮੀ 'ਚ ਨੇ ਹੈ ਨਾ ਬਹੁਤ ਵਧੀਆ ਚੰਗੀ ਤਰ੍ਹਾਂ ਮੇਰੀ ਹੈਲਪ ਕਰ ਸਕਦੇ ਨੇ ਹੁਣ ਵੀ ਜਿਹੜਾ ਹੈਗਾ ਸਭ ਮੈਂ ਬ੍ਰਦਰ ਕਰਕੇ ਹੀ ਹਾਂ ਤੇ ਪਰ ਮੈਨੂੰ ਇਹ ਸੀ ਕਿ ਮੈਂ 3 ਸਾਲ ਪੜ੍ਹਾ ਕੇ ਕਾਲਜ ਜਦ ਮੈਂ ਉਹਨਾਂ ਨੂੰ ਕੁਝ ਨਹੀਂ ਦੇ ਪਾਇਆ ਹੈ ਨਾ ਤਾਂ ਮੈਂ ਉਹਨਾਂ ਤੋਂ ਮੰਗਾਂ ਵੀ ਕਿਹੜੇ ਮੂੰਹ ਨਾਲ ਹੈ ਨਾ ਤੇ ਮੈਂ ਚਾਹੁੰਦਾ ਸੀ ਮੈਂ ਆਪ ਹੀ ਕਰਾਂ ਤੇ ਜਾ ਕੇ ਦੱਸਾਂ ਕਿ ਮੈਂ ਕਰ ਲਿਆ ਤੇ ਵਧੀਆ ਚੱਲ ਪਿਆ ਹਾਂਜੀ ਤੇ ਹੁਣ ਮੈਂ ਜਾ ਕੇ ਦੱਸਿਆ ਵੀ ਹੈ ਤੇ ਹੁਣ ਉਹਨਾਂ ਨੂੰ ਚੰਗਾ ਲੱਗਿਆ ਹਾਂ ਉਹ ਹੈਗਾ ਸੀ ਰਿਗਾਰਡ ਕਿਤੇ ਨਾ ਕਿਤੇ ਪਰ ਇਹ ਮਨ 'ਚ ਵੀ ਕੋਈ ਨਹੀਂ ਉਹ ਜਦੋਂ ਦੱਸਾਂਗੇ ਨਾ ਉਹ ਧੋਤਾ ਜਾਊਗਾ ਹੁਣ ਕੋਈ ਦਿੱਕਤ ਨਹੀਂ ਹੁਣ ਤਾਂ ਸਭ ਕੁਝ ਵਧੀਆ ਹੋ ਗਿਆ ਹੁਣ ਉਹ ਮਨ ਚੋਂ ਨਿਕਲ ਗਈ ਉਹ ਗੱਲ ਹੁਣ ਉਦਾਂ ਫੀਲ ਨਹੀਂ ਹੁੰਦਾ ਹੋਣਾ ਵੀ ਮੈਂ ਝੂਠ ਬੋਲਿਆ ਸੀ ਪਰ ਇਹ ਵੀ ਚੰਗੇ ਲਈ ਝੂਠ ਬੋਲਿਆ ਸੀ ਤਾਂ ਕੋਈ ਝੂਠ ਨਹੀਂ ਕਹਿ ਸਕਦੇ ਉਸ ਹਾਂ ਉਹ ਇਹ ਇੱਕ ਤਰ੍ਹਾਂ ਦਾ ਕਹਿ ਦਿਓ ਵੀ ਇਸ ਤਰ੍ਹਾਂ ਝੂਠ ਸੀ ਉਹ ਪਤਾ ਸੀ ਕਿ ਅੱਗੇ ਜਾ ਕੇ ਉਹਨੂੰ ਮੈਂ ਖੁਦ ਹੀ ਦੱਸ ਦੇਣਾ ਹਾਂਜੀ ਆ ਜਿਹੜੀ ਤੁਸੀਂ ਸਾਰੀ ਇੱਥੇ ਡੈਕੋਰੇਸ਼ਨ ਜੋ ਵੀ ਕੁਝ ਕਰਵਾਇਆ ਤਾਂ ਉਦੋਂ ਤਾਂ ਇਹ ਹੋਣਾ ਇਨਕਮ ਸੋਰਸਸ ਵੀ ਨਹੀਂ ਤੁਹਾਡੇ ਕੋਲ ਹੋਣੇ ਹਨਾ ਤਾਂ ਫਿਰ ਤੁਸੀਂ ਕਿੱਦਾਂ ਐਡਜਸਟਮੈਂਟ ਕੀਤੀ ਸੀਗੀ ਇਹਦਾ ਇਹ ਹੈਗਾ ਕਿ ਜਦੋਂ ਇਹ ਕਰ ਰਹੇ ਸੀ ਨਾ ਇਹਦਾ ਵੀ ਇੱਕ ਇਤਫਾਕ ਹੀ ਹੈਗਾ ਕਿ ਜਿਸ ਦਿਨ ਕਰ ਰਹੇ ਸੀ ਨਾ ਮੇਰੇ ਨਾਲ ਮੇਰੇ ਜੋ ਮੈਂ ਨਾਲ ਲੈ ਕੇ ਚੱਲਿਆ ਸੀਗਾ 2 ਜਣੇ ਸੀ ਅਸੀਂ ਤਾਂ ਅਸੀਂ ਸਾਹਮਣੇ ਜੋ ਦੁਕਾਨ ਹੈ ਇਹਨਾਂ ਤੋਂ ਅਸੀਂ ਪਤਾ ਕਰਨਾ ਇਹ ਦੁਕਾਨ ਖਾਲੀ ਸੀਗੀ ਕੋਈ ਕਿਰਾਏ ਲਈ ਚਾਹੀਦੀ ਹੈ ਬਾਹਰ ਨਿਕਲ ਕੇ ਅਸੀਂ ਕਹਿ ਰਹੇ ਵੀ ਆਪਾਂ ਦੁਕਾਨ ਤਾਂ ਲੈਣ ਆ ਗਏ ਹੈ ਨਾ ਅਤੇ ਵੀ ਪੈਸੇ ਕਿੱਥੋਂ ਆਉਣਗੇ ਹੈ ਨਾ ਅਤੇ ਮੈਨੂੰ ਇਹ ਸੀ ਵੀ ਇੱਕ ਨਿੱਕਾ ਕਰਾਂਗੇ ਥੋੜ੍ਹਾ ਬਜਟ ਲਾ ਕੇ ਕਰਾਂਗੇ ਕਿਹੜਾ ਸਟਾਰਟ ਤੋਂ ਅਤੇ ਉਹ ਇੱਕਦਮ ਹੀ ਇੱਕ ਦੋਸਤ ਦੀ ਕਾਲ ਆਉਂਦੀ ਉਹ ਮੇਰੀ ਕੁਲੀਗ ਹੀ ਸੀਗੀ ਮੈਨੂੰ ਭੈਣ ਕਹਿੰਦਾ ਸੀ ਕਿ ਵੀ ਮੇਰੇ ਕੋਲ ਪੈਸੇ ਨਹੀਂ ਹੈਗੇ ਵੀ ਜੇ ਤੁਸੀਂ ਇਹ ਰੱਖ ਲਓ ਮੈਨੂੰ ਇੰਨੇ ਟਾਈਮ ਲਈ ਹੈ ਨਾ ਇਤਫਾਕ ਪਤਾ ਨਹੀਂ ਕਿਉਂ ਮਨ 'ਚ ਇੱਕ ਵਾਈਬਸ ਆ ਰਹੀ ਸੀ ਵੀ ਅੱਜ ਹੋ ਜੂਗਾ ਪੈਸਿਆਂ ਦਾ ਅਸੀਂ ਕੰਮ ਕਰਦੇ 'ਚ 1 ਹਫ਼ਤੇ ਬਾਅਦ ਕਾਲ ਆ ਗਈ 1 ਹਫ਼ਤਾ ਸਾਰੀ ਪਲੈਨਿੰਗ ਕਰਦੇ ਗਏ ਅਸੀਂ ਜੈਸ ਕਰ ਗਏ ਦੁਕਾਨ ਲਈ ਜਿੰਨੇ ਕੁ ਹੈਗੇ ਸੀ ਹੈ ਨਾ ਐਡਵਾਂਸ ਥੋੜ੍ਹਾ ਜਿਹੇ ਦੇ ਗਏ ਉਸ ਤੋਂ ਬਾਅਦ ਕਾਲ ਆਈ ਹੈ ਪਰ ਪਤਾ ਨਹੀਂ ਕਿਉਂ ਵਾਈਬਸ ਆ ਰਹੀ ਸੀ ਵੀ ਹੋ ਜੂਗਾ ਸ਼ਾਇਦ ਇਹਦਾ ਇਹ ਵੀ ਕਾਰਨ ਸੀ ਕਿ ਮੇਰਾ ਦੋਸਤੀ ਸਰਕਲ ਬਹੁਤ ਵਧੀਆ ਹੈਗਾ ਅਤੇ ਜੇ ਮੈਂ ਕਿਸੇ ਨੂੰ ਵੀ ਕਾਲ ਕਰਾਂ ਤਾਂ ਮੈਨੂੰ ਪ੍ਰੋਬਲਮ ਨਹੀਂ ਆਉਂਦੀ ਹੈਗੀ ਅੱਜ ਵੀ ਜੇ ਮੈਨੂੰ ਲੱਗੇ ਵੀ ਹਾਂ ਹੁਣ ਕਰੋਨਾ ਕਰਕੇ ਦੁਕਾਨ ਨਹੀਂ ਚੱਲ ਰਹੀ ਤਾਂ ਮੈਂ ਕਿਸੇ ਨੂੰ ਕਹਾਂ ਵੀ ਮੈਨੂੰ ਇੰਨੇ ਪੈਸੇ ਚਾਹੀਦੇ ਆ ਜਾਂ ਆਹ ਹੈਲਪ ਚਾਹੀਦੀ ਹੈ ਤਾਂ ਉਹ ਕੁਦਰਤੀਓ ਵਧੀਆ ਹੁੰਦਾ ਹੋ ਜਾਂਦੀ ਹੈਗੀ ਉਹ ਜਿਵੇਂ ਹੁਣ ਵੀ ਮੇਰੇ ਨਾਲ ਨੇ ਕਿ ਨਾ ਇੱਥੇ ਦੋਸਤ ਅਤੇ ਜਦੋਂ ਉਹਨੂੰ ਲੱਗਦਾ ਵੀ ਤੁਹਾਡਾ ਘੱਟ ਹੈਗਾ ਉਹ ਮੇਰੇ ਨਾਲ ਵੈਸੇ ਹੀ ਕਰਵਾ ਰਹੇ ਨੇ ਦੋਸਤੀ ਨਾਲ ਅਤੇ ਆਕਾਸ਼ਦੀਪ ਹੈਗਾ ਰਾਜ ਹੈਗਾ ਗੁਰਦੀਪ ਹੈਗਾ ਹੋਰ ਕਾਫੀ ਹੈਗੇ ਨੇ ਦੋਸਤ ਤਾਂ ਉਹੀ ਚੀਜ਼ ਸੀਗੀ ਪਤਾ ਵਾਈਬਸ ਆ ਰਹੀਆਂ ਸੀ ਕਿ ਹਾਂ ਵੀ ਹੋ ਜੂਗਾ ਅਤੇ ਪਹਿਲਾਂ ਕੋਈ ਪ੍ਰੀ ਪਲੈਨਿੰਗ ਸੀ ਕੋਈ ਮਨੀ ਨਹੀਂ ਸੀ ਕੋਈ ਹੋਰ ਨਹੀਂ ਸੀ ਬਸ ਉਹ ਹੋ ਗਿਆ ਇਸ ਤਰ੍ਹਾਂ
ਜੇ ਗੱਲ ਕਰ ਲਈਏ ਤੁਸੀਂ ਕਹਿੰਦੇ ਸੀ ਵੀ ਮੈਨੂੰ ਬੁੱਕਸ ਤੋਂ ਮੈਨੂੰ ਪੜ੍ਹਨ ਤੋਂ ਸਿਵਾ ਹੋਰ ਕੋਈ ਕੰਮ ਨਹੀਂ ਆਉਂਦਾ, ਫਿਰ ਤੁਸੀਂ ਇੱਕ ਨਵਾਂ ਕੰਮ ਸ਼ੁਰੂ ਕਰਦੇ ਹੋ, ਤੁਸੀਂ ਖਾਣਾ ਬਣਾਉਣਾ ਓਬਵੀਅਸਲੀ ਹੋਟਲ ਦੇ ਵਿੱਚ, ਤਾਂ ਤੁਸੀਂ ਫਿਰ ਕੀ ਕਰਦੇ ਹੋਗੇ? ਆਪ ਬਣਾਉਂਦੇ ਹੋ ਚੀਜ਼, ਉਹ ਕਿੱਥੋਂ ਸਿੱਖ ਲਈ ਫਿਰ ਤੁਸੀਂ? ਨਹੀਂ, ਜਿਹੜਾ ਹੈਗਾ ਖਾਣੇ ਦਾ ਹੈਗਾ ਗਾ ਕਿ ਸਟਾਰਟਿੰਗ 'ਚ ਅਸੀਂ ਆਪ ਬਣਾਇਆ, ਜੋ ਮੇਰੇ ਨਾਲ ਸੀ ਉਹ ਖਾਣਾ ਬਣਾਉਂਦੇ ਸੀ ਅਤੇ ਮੈਂ ਸਰਵ ਕਰਦਾ ਸੀ। 1 ਮਹੀਨਾ ਇੱਦਾਂ ਕੀਤਾ ਕਿਉਂਕਿ ਇਹ ਸੀ ਕਿ ਖਰਚਾ ਜ਼ਿਆਦਾ ਸੀ ਹੈ ਨਾ। ਅਤੇ ਫਿਰ ਜਦੋਂ ਥੋੜ੍ਹਾ ਜਿਹਾ ਖਰਚਾ ਨਿਕਲਣ ਲੱਗ ਗਿਆ, ਫਿਰ ਅਸੀਂ ਕੁੱਕ ਰੱਖ ਲਿਆ ਅਤੇ ਫਿਰ 15 ਕੁ ਦਿਨਾਂ ਵਿੱਚ 1 ਸਰਵ ਸਪੁਆਇਡਰ ਰੱਖ ਲਿਆ। ਹੁਣ ਅਸੀਂ ਨੈਕਸਟ ਵੀਕ 2 ਕੁੱਕ ਔਰ 2 ਸਰਵ ਸਪੁਆਇਡਰ ਕਰ ਰਹੇ ਹਾਂ। ਉਹ ਜ਼ੀਰੋ ਬੇਸ ਤੋਂ ਸ਼ੁਰੂ ਕੀਤਾ ਸੀ ਜਦੋਂ ਉਦੋਂ। ਅਤੇ ਖਾਣਾ ਮੈਨੂੰ ਅਜੇ ਵੀ ਨਹੀਂ ਬਣਾਉਣਾ ਆਉਂਦਾ ਇਮਾਨਦਾਰੀ ਨਾਲ। ਹਾਂ, ਚਾਹ ਜ਼ਰੂਰ ਬਣਾ ਲੈਂਦਾ ਮੈਂ। ਹਾਂਜੀ। ਕਿੰਨੇ ਕੁ ਟਾਈਮ ਤੋਂ ਤੁਸੀਂ ਚਲਾ ਰਹੇ ਹੋਗੇ ਇਹ? ਇਹ ਜੀ 12 ਜੁਲਾਈ ਨੂੰ ਸ਼ੁਰੂਆਤ ਕੀਤੀ ਸੀ ਇਹਦੀ, ਅਤੇ ਵਿੱਚ ਦੀ 1 ਡੇਢ ਮਹੀਨਾ ਇਹ ਬੰਦ ਰਹਿ ਗਿਆ ਸੀਗਾ, ਜਦੋਂ ਇੱਕ ਦੁਕਾਨ ਤੋਂ 2 ਦੁਕਾਨਾਂ ਕਰਨੀਆਂ ਪੈ ਗਈ, ਡਬਲ ਕਰਨਾ ਪੈ ਗਿਆ ਸੀ ਜਦੋਂ। ਹੁਣ ਲੱਗਦਾ ਹੈ ਵੀ ਹੁਣ ਇੰਨੇ ਤੋਂ ਇੰਨਾ ਬਣ ਗਿਆ ਤੇ ਹੁਣ ਅੱਗੇ ਹੋਰ ਵੀ ਬਹੁਤ ਵੱਡਾ ਬਣਨਾ, ਵੀ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਕਿਤੇ, ਲੱਗਦਾ ਵੀ ਹੁਣ ਬਹੁਤ ਕੁਝ ਕਰਨਾ ਅੱਗੇ? ਇਹ ਦੋਨੇ ਗੱਲਾਂ ਹੀ ਨੇਗੀਆਂ। ਕਦੇ ਕਦੇ ਤਾਂ ਲੱਗਦਾ ਵੀ ਹਾਂ ਕਿ ਹੋ ਜਾਊਗਾ ਸਭ, ਅਤੇ ਕਦੇ ਕਦੇ ਲੱਗਦਾ ਵੀ ਨਹੀਂ। ਹਾਂ, ਇਹ ਲੱਗਦਾ ਵੀ ਨਾਮੁਮਕਿਨ ਨਹੀਂ ਹੈਗਾ, ਪਰ ਇਹ ਲੱਗਦਾ ਵੀ ਔਖਾ ਮੁਸ਼ਕਿਲ ਬਹੁਤ ਜ਼ਿਆਦਾ ਹੈ, ਕਿਉਂਕਿ ਇਹਦੀ ਇੱਕ ਤਰ੍ਹਾਂ ਦੀ ਕੋਈ ਨਵੀਂ ਰਵਾਇਤ ਪੈ ਰਹੀ ਹੈ ਨਾ, ਇਹਦੇ ਲਈ ਟਾਈਮ ਲੱਗਣਾ ਹੈ। ਰਵਾਇਤ 'ਚ ਮੇਰਾ ਇੱਕ ਇਹ ਜਿਹੜਾ ਇਹਦੇ ਨਾਲ ਜੁੜਿਆ ਹੋਇਆ ਸੀ ਨਾ, ਇਹ ਵੀ ਸੀਗਾ ਸੁਪਨਾ ਕਿ ਇੱਥੇ ਜੇ ਹੁਣ ਅਸੀਂ ਕਰਨ ਸਫਲ ਹੋ ਜਾਂਦੇ ਹਾਂ, ਜੋ ਸਾਨੂੰ ਹੋਣਾ ਹੀ ਪਊਗਾ। ਆਪਣੇ ਲਈ ਨਹੀਂ, ਆਪਣੇ ਲਈ ਤਾਂ ਸ਼ਾਇਦ ਹੋਰ ਕੰਮ ਵੀ ਕਰ ਲਾਂਗੇ ਜੇ ਇੱਥੋਂ ਨਹੀਂ ਹੋਊਗਾ, ਪਰ ਇੱਕ ਇਹ ਸੈੱਟ ਬਹਿ ਜਾਊਗਾ ਕਿ ਇੰਨਾ ਪੜ੍ਹ ਕੇ ਵੀ ਹੈ ਨਾ ਉਹਨੇ ਕੀਤਾ ਸੀ, ਪੜ੍ਹ ਕੇ ਵੀ ਨਹੀਂ ਕੁਛ ਹੋਇਆ, ਇਹ ਵੀ ਨਹੀਂ ਹੋਇਆ, ਨੈਗੇਟਿਵ ਹੋ ਜਾਣਾ ਜੋ ਨਾਲ ਦੇਖਣ ਵਾਲੇ ਨੇ। ਪਰ ਜੇ ਸਫਲ ਹੋ ਗਿਆ ਤਾਂ ਕੱਲ੍ਹ ਨੂੰ ਹੋਰ ਕੋਈ ਸਟੂਡੈਂਟ ਵੀ ਕਰੂਗਾ ਇੱਥੇ ਹੈ ਨਾ। ਹਾਂ, ਅਤੇ ਉਹ ਸਫਲ ਹੋਊਗਾ ਅਤੇ ਇੱਕ ਤਰ੍ਹਾਂ ਦਾ ਉਹ ਫੋਰਨ ਵਾਲਾ ਸਟਾਈਲ ਤੁਰਕੂਗਾ ਵੀ ਇੱਥੇ ਸਟੂਡੈਂਟ ਨਾਲ ਆਪਦੀ ਇਨਕਮ ਕਰਨਗੇ। ਹੁਣ ਕੀ ਹੈਗਾ, ਹੁਣ ਮਾਪੇ ਕਹਿੰਦੇ ਨੇ ਹੈ ਨਾ, ਕਿ ਮਾਪੇ ਕਹਿੰਦੇ ਨੇ ਕਿ ਜਿਹੜਾ ਜ਼ਿਆਦਾ ਲਾਇਕ ਬੱਚੇ ਹੁੰਦੇ ਨੇ ਉਹਨਾਂ ਦੇ ਮਾਪੇ ਪੜ੍ਹਾ ਨਹੀਂ ਪਾਉਂਦੇ। ਉਹ ਕਹਿੰਦੇ ਨੇ ਵੀ ਯੂਨੀਵਰਸਿਟੀ ਤਾਂ ਨਹੀਂ, ਵੀ ਸਾਡੇ ਸਾਰੇ ਨਹੀਂ ਹੈਗਾ, ਹੁਣ ਤੂੰ ਨਾ ਜਾ ਉੱਥੇ, ਵੀ ਹਟਾ ਲੈਂਦੇ ਨੇ। ਫਿਰ ਉਲਟ ਹੋ ਜਾਣਾ, ਫਿਰ ਉਹ ਕਿਆ ਕਰਨਗੇ, ਤੂੰ ਯੂਨੀਵਰਸਿਟੀ ਜਾ, ਉੱਥੇ ਨਾਲੇ ਆਪਦਾ ਕੰਮ ਕਰਨ, ਨਾਲੇ ਸਾਨੂੰ ਸਹੂਲਤਾਂ ਲਵਾ ਦੀ ਮਾੜਾ ਮੋਟਾ, ਨਾਲੇ ਤੂੰ ਪੜ੍ਹ ਲਈ। ਅਤੇ ਜੇ ਉਹ ਇਸ ਤਰ੍ਹਾਂ ਦਾ ਕੋਈ ਮਾੜਾ ਮੋਟਾ ਰੀਤ ਵੀ ਪੈਂਦੀ ਹੈ, ਭਾਵੇਂ ਅੱਜ ਨਹੀਂ 2 ਸਾਲ ਨੂੰ, 5 ਸਾਲ ਨੂੰ, 10 ਸਾਲ ਨੂੰ, ਤਾਂ ਬਹੁਤ ਵਧੀਆ ਹੈਗਾ। ਅਤੇ ਮੈਂ ਉੱਥੋਂ ਤੁਹਾਡੇ ਸਵਾਲ ਦਾ ਜਵਾਬ ਕਰ ਰਿਹਾ ਸੀ ਕਿ ਤਾਂ ਕਰਕੇ ਇਹ ਹੁਣ ਸਫਲ ਕਰਨਾ ਹੀ ਪੈਣਾ ਹੈ। ਇਕੱਲੇ ਆਪਣੇ ਲਈ ਨਹੀਂ, ਇਹਦੇ ਨਾਲ ਸਾਰਾ ਇੱਕ ਪਲਾਨ ਬਹੁਤ ਜ਼ਿਆਦਾ ਚੀਜ਼ ਜੁੜੀ ਹੋਈ ਹੈਗੀ। ਜੇ ਅਸੀਂ ਫੇਲ ਹੁੰਦੇ ਹਾਂ ਤਾਂ ਮੰਨ ਲਓ ਦੂਸਰਾ ਕੰਮ ਕਰ ਲੂੰਗਾ ਮੈਂ, ਪਰ ਉਹ ਜਿਹੜੇ ਇਹ ਸੁਪਨਾ ਹੈਗਾ ਇਹ ਅਧੂਰਾ ਰਹਿ ਜਾਊਗਾ। ਤੁਹਾਡੇ ਅੰਦਰਲਾ ਪ੍ਰੋਫੈਸਰ ਹਜੇ ਵੀ ਜਿਉਂਦਾ ਹੈ, ਚਾਹੇ ਤੁਸੀਂ ਢਾਬਾ ਕਰ ਲਿਆ ਫਿਰ ਵੀ ਕਿਤਾਬਾਂ ਨਾਲ ਨੇ? ਉਹੀ ਜਿਵੇਂ ਆਪਾਂ ਕਹਿੰਦੇ ਵੀ ਅਕੈਡਮਿਕ ਸਿੱਖਿਆ ਜਿਹੜੀ ਹੈਗੀ ਹੈ ਨਾ, ਪੜ੍ਹਾਈ ਜਿਹੜੀ ਹੈਗੀ ਹੈ ਇੱਕ ਜੋਬ ਲਈ ਨਹੀਂ ਜ਼ਰੂਰੀ ਹੁੰਦੀ, ਆਪਣਾ ਨਜ਼ਰੀਆ ਬਦਲਣੀ ਜ਼ਰੂਰੀ ਹੁੰਦੀ ਹੈ। ਉਸੇ ਤਰ੍ਹਾਂ ਹੀ ਪ੍ਰੋਫੈਸਰ ਦਾ ਮਤਲਬ ਜੇ ਆਪਾਂ ਕਹਿ ਲਓ, ਜਾਂ ਇੱਕ ਪੜ੍ਹੇ ਲਿਖੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਵੀ ਜੋਬ 'ਤੇ ਲੱਗਿਆ ਤਾਂ ਹੈਗਾ ਅਤੇ ਨਹੀਂ ਹੈਗਾ ਤਾਂ ਨਹੀਂ। ਉਹ ਤੁਹਾਡੇ ਲਈ ਗੱਲ ਅੰਦਰ ਹੀ ਹੁੰਦਾ ਹੈ ਨਾ, ਜਿਵੇਂ ਤੁਹਾਡੇ ਅੰਦਰ ਤੁਹਾਡੀ ਇਨਸਾਨੀਅਤ, ਤੁਹਾਡਾ ਜਿਹੜਾ ਕੰਮ ਹੈ, ਜੇ ਤੁਸੀਂ ਇਸ ਤੋਂ ਹੋਰ ਕੰਮ 'ਤੇ ਵੀ ਚਲੇ ਜਾਓਗੇ ਤਾਂ ਜਿਹੜੀ ਇਹ ਗੁਣ ਇਹ ਤੁਹਾਡਾ ਜਿਹੜਾ ਹੈਗਾ ਨਾਲ ਹੀ ਲੈ ਕੇ ਜਾਓਗੇ ਤੁਸੀਂ, ਉਹ ਚੀਜ਼ ਕਿਤੇ ਨਾ ਕਿਤੇ ਨਾਲ ਹੀ ਆ ਗਈ ਹੈਗੀ। ਸੋਚ ਬੜੀ ਬਾਕਮਾਲ ਹੈ, ਬੜਾ ਅੱਛਾ। ਇੱਕ ਨੌਜਵਾਨ ਨੇ ਪ੍ਰੋਫੈਸਰੀ ਛੱਡ ਕੇ, ਪ੍ਰੋਫੈਸਰ ਰਹੇ ਸਨ ਛੱਡ ਕੇ, ਇਹਨਾਂ ਨੇ ਆਪਣਾ ਅਲੱਗ ਤੋਂ ਰੈਸਟੋਰੈਂਟ ਪਾਇਆ, ਤੁਹਾਨੂੰ ਦਿਖਾਈਆਂ ਨੇ ਤਸਵੀਰਾਂ। ਔਰ ਬੜੀ ਇੱਕ ਡਿਫਰੈਂਟ ਗੱਲ ਆ ਜਾਂਦੀ ਹੈ, ਕਿਉਂਕਿ ਜਿਹੜੇ ਗਰੀਬ ਘਰ ਦੇ ਬੱਚੇ ਹੁੰਦੇ ਨੇ, ਜਿਨ੍ਹਾਂ ਦੇ ਗੁਜ਼ਾਰੇ ਬੜੀ ਮੁਸ਼ਕਿਲ ਦੇ ਨਾਲ ਚੱਲਦਾ ਹੈ, ਨੋਰਮਲ ਫੈਮਿਲੀ ਦੀ ਜਿੱਦਾਂ ਗੱਲ ਕਰ ਲਈਏ, ਤਾਂ ਬੱਚੇ ਨੇ ਜੇ ਪੜ੍ਹਨ ਜਾਣਾ ਹੋਵੇ ਯੂਨੀਵਰਸਿਟੀਆਂ ਦੇ ਵਿੱਚ ਖਰਚੇ ਬਹੁਤ ਜ਼ਿਆਦਾ ਹੁੰਦੇ ਨੇ, ਅਤੇ ਮਾਂ ਪਿਓ ਪਹਿਲਾਂ ਹੀ ਚੱਲ ਜਾਂਦੇ ਨੇ ਕਿ ਵੀ ਸਾਡਾ ਤਾਂ ਰੋਟੀ ਦਾ ਮਸਾ ਹੁੰਦਾ, ਅਤੇ ਤੁਹਾਨੂੰ ਕਿੱਦਾਂ ਦਾ ਹੀ ਹੈ ਨਾ। ਤਾਂ ਇੱਦਾਂ ਦੀ ਇਹਨਾਂ ਦੀ ਗੱਲ ਬਹੁਤ ਵਧੀਆ ਲੱਗੀ, ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਆਪਣਾ ਖਰਚਾ ਆਪ ਕੱਢ ਕੇ ਆਪ ਵੀ ਪੜ੍ਹ ਸਕਦੇ, ਤੇ ਕਹਿੰਦੇ ਨੇ ਕਿ ਯੂਨੀਵਰਸਿਟੀ ਦੇ ਨੇੜੇ ਹੁਣ ਬੱਚਿਆਂ ਦੀਆਂ ਦੁਕਾਨਾਂ ਹੋ ਸਕਦੀਆਂ ਜਿਹੜੇ ਪੜ੍ਹਨ ਆਉਂਦੇ ਨੇ। ਸੋ ਬਹੁਤ ਹੀ ਵਧੀਆ ਸੋਚ ਹੈ। ਸੋ ਅੱਜ ਦੇ ਨੌਜਵਾਨ ਨੂੰ ਇਹ ਗੱਲ ਦੇਖਣੀ ਚਾਹੀਦੀ ਹੈ, ਬਹੁਤ ਵਧੀਆ ਗੱਲ ਹੈ। ਸੋ ਵਧੀਆ ਲੱਗਿਆ ਇਹਨਾਂ ਦੇ ਨਾਲ ਗੱਲਬਾਤ ਕਰਕੇ। ਇਸੇ ਤਰ੍ਹਾਂ ਦੀਆਂ ਹੋਰ ਅਪਡੇਟਸ ਲੈ ਕੇ ਤੁਹਾਡੇ ਨਾਲ ਮਿਲਦੇ ਰਹਾਂਗੇ। ਜੁੜੇ ਰਹੋ ਸਾਡੇ ਨਾਲ। ਕੈਮਰਾਮੈਨ ਮਲਕੀਤ ਦੇ ਨਾਲ ਨੂਰਵਰਜੋਤ।